ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਸੁਖੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵੇਖਿਆ ਪੋਇ ਨਾ ਸਕਈ ਮਿਲ ਸਾਧੂ ਗੁਣ ਗਾਹੋ ਜਹਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਬੌੜ ਨਾ ਵਿਛੜਿਆ ਹੋ ਬਾਹਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਆਗਾਹੋ ਸਰਣ ਭਈ ਨਾਰਾਇਣ ਨਾਨਕ ਦਰ ਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੈ ਵੇ ਪਰਵਾਹੋ ਸਰਮ ਭਈ ਨਾਰਾਇਣ ਨਾਨਕ ਦਰ ਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੈ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰੀ ਹੈ। ਗੁਰਬਾਣੀ ਦੇ ਕੀਰਤਨ ਨਿਤਨੇਮ 12 ਮਾਹ ਗੁਰਬਾਣੀ ਦੇ ਪਾਠ ਸਰਵਣ ਕੀਤੇ। ਅੱਜ ਦਾ ਜੋ ਦਿਹਾੜਾ ਹੈ ਇਹ ਪੋਹ ਮਹੀਨੇ ਦੀ ਸੰਗਰਾਂਦ ਆਪਾਂ ਨੂੰ ਪ੍ਰਾਪਤ ਹੋਈ ਹੈ। ਪੋਹ ਦਾ ਮਹੀਨਾ ਅੱਜ ਆਰੰਭ ਹੋਇਆ। ਜਿੱਥੇ ਇਹ ਮਹੀਨਾ ਸ਼ਹੀਦਾਂ ਦੀ ਸ਼ਹੀਦੀਆਂ ਦਾ ਹੈ, ਜਿਵੇਂ ਕਿ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ ਅਤੇ ਇਹਨਾਂ ਦੇ ਨਾਲ ਉਹ ਗੁਰਮੁਖ ਰੂਹਾਂ ਸਵਾਸ ਸਵਾਸ ਨਾਮ ਜਪਣ ਵਾਲੇ ਗੁਰੂ ਕੇ ਸਿੱਖ ਭਾਈ ਜੈਤਾ ਜੀ ਵਰਗੇ ਇਸ ਮਹੀਨੇ ਵਿੱਚ ਉਹਨਾਂ ਗੁਰਮੁਖਾਂ ਦੀਆਂ ਸ਼ਹੀਦੀਆਂ ਹੋਈਆਂ, ਪਰਿਵਾਰ ਵਿਛੋੜਾ ਬਣਿਆ। ਸੋ ਜਿੱਥੇ ਸ਼ਹੀਦੀਆਂ ਹੋਈਆਂ ਨੇ ਉੱਥੇ ਨਾਲ ਨਾਲ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇਸੇ ਮਹੀਨੇ ਪੋਹ ਦੇ ਪੋਹ ਸੁਦੀ 7ਵੀਂ ਨੂੰ ਅਵਤਾਰ ਧਾਰਨ ਕੀਤਾ ਪਟਨਾ ਸਾਹਿਬ ਦੀ ਪਵਿੱਤਰ ਧਰਤੀ 'ਤੇ।
ਸੋ ਇਹ ਉਹ ਮਹੀਨਾ ਹੈ ਜਿਸ ਮਹੀਨੇ ਦੇ ਵਿੱਚ ਦਸਵੇਂ ਪਾਤਸ਼ਾਹ ਅਵਤਾਰ ਧਾਰਦੇ ਨੇ। ਉਹੀ ਮਹੀਨਾ ਹੈ ਜਿਹਦੇ ਵਿੱਚ ਪਰਿਵਾਰ ਦਾ ਵਿਛੋੜਾ ਪੈਂਦਾ ਹੈ, ਸਾਹਿਬਜ਼ਾਦਿਆਂ ਦੀਆਂ ਔਰ ਗੁਰੂ ਕੀਆਂ ਸਿੱਖਾਂ ਦੀਆਂ ਸ਼ਹੀਦੀਆਂ ਹੁੰਦੀਆਂ। ਇਸ ਮਹੀਨੇ ਦੇ ਵਿੱਚ ਇਹ ਸਾਰਾ ਜਿਹੜਾ ਇਤਿਹਾਸ ਹੈ ਇਹ ਵਾਪਰਿਆ ਹੈ। ਕੁਝ ਲੋਕ ਜਿਹੜੇ ਨੇ ਇਸ ਮਹੀਨੇ ਨੂੰ ਮਾੜਾ ਸਮਝਦੇ, ਮਾੜਾ ਮੰਨਦੇ। ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਇਸ ਮਹੀਨੇ ਵਿੱਚ ਅਵਤਾਰ ਧਾਰਨ ਕਰਕੇ ਸਿੱਖਾਂ ਦੇ ਮਨ ਦੇ ਵਿੱਚੋਂ ਇਹ ਭਰਮ ਕੱਢ ਦਿੱਤਾ, ਇਹ ਵਹਿਮ ਕੱਢ ਦਿੱਤਾ ਵੀ ਇਹ ਮਹੀਨਾ ਮਾੜਾ ਨਹੀਂ ਹੈ। ਇਸ ਮਹੀਨੇ ਦੇ ਵਿੱਚ ਦਸਵੇਂ ਪਾਤਸ਼ਾਹ ਆਪ ਸੰਸਾਰ 'ਤੇ ਆਏ ਨੇ। ਦੁਨੀਆ ਦੀ ਇੱਕ ਪ੍ਰਥਾ ਨੂੰ, ਇੱਕ ਵਿਚਾਰ ਨੂੰ ਮਹਾਰਾਜ ਨੇ ਖਤਮ ਕੀਤਾ ਆਪ ਸੰਸਾਰ 'ਤੇ ਆ ਕੇ। ਸੋ ਐਸਾ ਇਹ ਪੋਹ ਦਾ ਮਹੀਨਾ, ਜਿਸ ਨੂੰ ਠੰਡ ਦਾ ਮਹੀਨਾ ਕਿਹਾ ਜਾਂਦਾ ਹੈ, ਇਹ ਅੱਜ ਆਪਾਂ ਨੂੰ ਪ੍ਰਾਪਤ ਹੋ ਰਿਹਾ। ਇਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ 12 ਮਹੀਨਿਆਂ ਦਾ। ਅੱਜ ਆਪਾਂ ਇਸ ਪੋਹ ਦੇ ਮਹੀਨੇ ਦਾ ਉਪਦੇਸ਼ ਜੋ ਹੈ ਉਹ ਸਰਵਣ ਕਰਾਂਗੇ। ਇਸ ਬਾਣੀ ਨੂੰ ਮਹਾਰਾਜ ਜੀਆਂ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਉਚਾਰਿਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਚਾਰਨ ਕਰਨ ਵਾਲੇ ਨੇ, ਭਾਈ ਗੁਰਦਾਸ ਜੀ ਇਸ ਬਾਣੀ ਨੂੰ ਲਿਖਣ ਵਾਲੇ ਨੇ। ਸਤਿਗੁਰੂ ਜੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਬਿਲਕੁਲ ਨੇੜੇ ਪਰਿਕਰਮਾ ਦੇ ਵਿੱਚ ਬੈਠ ਕੇ ਇਸ ਬਾਣੀ ਨੂੰ ਬਖਸ਼ਿਸ਼ ਕਰਦੇ ਨੇ। ਜਿਵੇਂ ਉਪਦੇਸ਼ ਆ ਰਿਹਾ ਮਹਾਰਾਜ ਜੀਆਂ ਦਾ, ਉਹ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਪੋਹ ਦਾ ਮਹੀਨਾ ਉਹਨਾਂ ਦੇ ਵਾਸਤੇ ਠੰਡਦਾਇਕ ਨਹੀਂ ਹੈ। ਤੁਖਾਰ ਨਾਮ ਕੱਕਰ ਦਾ ਹੈ, ਬਰਫ਼ ਦਾ ਹੈ, ਠੰਡ ਦਾ ਹੈ। ਕਹਿੰਦੇ ਪੋਹ ਦਾ ਮਹੀਨਾ ਉਹਨਾਂ ਗੁਰਮੁਖਾਂ ਦੇ ਵਾਸਤੇ ਠੰਡ ਦਾ ਨਹੀਂ ਹੋ ਸਕਦਾ। ਉਹਨਾਂ ਨੂੰ ਇਹ ਠੰਡ ਸੰਸਾਰ ਦੀ ਨਹੀਂ ਵਿਆਪਦੀ ਹੈ। ਜਿਨ੍ਹਾਂ ਨੂੰ ਕੰਠ ਮਿਲਿਆ ਹਰ ਨਾ ਹੋ, ਜਿਨ੍ਹਾਂ ਨੂੰ ਗਲੇ ਦੇ ਵਿੱਚ ਪਰਮਾਤਮਾ ਮਿਲਿਆ ਹੈ, ਜਿਨ੍ਹਾਂ ਦੇ ਗਲੇ ਦੇ ਵਿੱਚ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਚੱਲਦਾ, ਉਹਨਾਂ ਨੂੰ ਇਹ ਪੋਹ ਦੀ ਠੰਡ ਜਿਹੜੀ ਹੈ ਨਾ, ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ ਹੈ। ਉਹਨਾਂ ਦੇ ਅੰਮ੍ਰਿਤ ਵੇਲੇ ਨੂੰ ਖੋ ਨਹੀਂ ਸਕਦੀ ਹੈ। ਉਹਨਾਂ ਦੇ ਉਦਮ ਨੂੰ ਦਲਿੱਦਰ ਵਿੱਚ ਨਹੀਂ ਬਦਲ ਸਕਦੀ ਹੈ। ਜਿਨ੍ਹਾਂ ਦੇ ਕੰਠ ਵਿੱਚੋਂ ਹਰ ਵੇਲੇ ਵਾਹਿਗੁਰੂ ਮੰਤਰ ਚੱਲਦਾ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਜਿਨ੍ਹਾਂ ਨੇ ਆਪਣੀ ਜ਼ੁਬਾਨ ਨੂੰ ਮਾਲਾ ਬਣਾ ਲਿਆ ਹੈ। ਇੱਕ ਮਾਲਾ ਅਸੀਂ ਹੱਥ ਵਿੱਚ ਫੜਦੇ ਹਾਂ, ਸਿਮਰਨਾ, ਸਿਮਰਦੇ ਦੇ ਮਣਕੇ ਫੇਰਦੇ ਹਾਂ। ਪਰ ਜਿਨ੍ਹਾਂ ਨੇ ਆਪਣੀ ਜ਼ੁਬਾਨ ਨੂੰ ਸਿਮਰਨਾ ਬਣਾਇਆ, ਹੱਥ ਵਾਲੇ ਸਿਮਰਨੇ ਦੀ ਲੋੜ ਨਹੀਂ, ਜ਼ੁਬਾਨ ਦੇ ਨਾਲ ਹੀ ਰਾਮ ਰਾਮ ਕਰਦੇ, ਵਾਹਿਗੁਰੂ ਵਾਹਿਗੁਰੂ ਕਰਦੇ। ਐਸੀ ਕਮਾਈ ਵਾਲੇ ਜਿਹੜੇ ਗੁਰਮੁਖ ਨੇ, ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਇਹ ਪੋਹ ਦੀ ਠੰਡ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ ਹੈ। ਤੇ ਆਪਾਂ ਇਤਿਹਾਸ ਪੜ੍ਹਦੇ ਆ ਨਾ, ਸਤਿਗੁਰਾਂ ਨੇ ਇਸੇ ਮਹੀਨੇ ਅਨੰਦਪੁਰ ਸਾਹਿਬ ਨੂੰ ਛੱਡਿਆ। ਉਸ ਰਾਤ ਮੀਂਹ ਪੈਂਦਾ ਸੀ, ਜਿਸ ਰਾਤ ਮਹਾਰਾਜ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ। ਠੰਡੀ ਹਵਾ ਚੱਲਦੀ ਹੈ, ਠੰਡ ਭਾਵੇਂ ਬੜੀ ਹੈ, ਪਰ ਜਿਨ੍ਹਾਂ ਦੇ ਕੋਲ ਵਾਹਿਗੁਰੂ ਮੰਤਰ ਦਾ ਚਿੰਤਨ ਸੀ, ਮਾਤਾ ਸਾਹਿਬ ਮਾਤਾ ਗੁਜਰੀ ਜੀ ਵਰਗਿਆਂ ਦੇ ਕੋਲ, ਬਾਬਾ ਜੋਰਾਵਰ ਸਿੰਘ ਕੋਲ, ਬਾਬਾ ਫਤਿਹ ਸਿੰਘ ਸਾਹਿਬ ਦੇ ਕੋਲ ਜਿਹੜਾ ਚਿੰਤਨ ਹੈ ਨਾ, ਵਾਹਿਗੁਰੂ ਮੰਤਰ ਦਾ ਸਿਮਰਨ ਹੈ, ਕਹਿਣ ਲੱਗੇ ਨਹੀਂ ਇਸ ਦੇ ਨਾਲ ਠੰਡ ਨੇੜੇ ਆ ਸਕਦੀ, ਐਸੀ ਬਖਸ਼ਿਸ਼ ਉਹਨਾਂ ਦੇ ਕੋਲ ਹੈ। ਫਿਰ ਮਹਾਰਾਜ ਫਰਮਾਉਂਦੇ ਹਨ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਪਾਤਸ਼ਾਹ ਕਹਿਣ ਲੱਗੇ ਕੰਠ ਮਿਲੇ ਤੋਂ ਭਾਵ ਹੁੰਦਾ ਜਿਵੇਂ ਆਪਾਂ ਕਿਸੇ ਨੂੰ ਜੱਫੀ ਪਾ ਕੇ ਮਿਲਦੇ ਹਾਂ, ਗਲ ਨੂੰ ਲਾ ਲੈਂਦੇ ਹਾਂ ਕਿਸੇ ਆਪਣੇ ਸਨੇਹੀ ਨੂੰ, ਆਪਣੇ ਪਿਆਰੇ ਨੂੰ। ਇਸੇ ਤਰ੍ਹਾਂ ਆਪਣੇ ਗਲ ਦੇ ਨਾਲ ਲਾਇਆ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਾਈ ਸਾਹਿਬ ਭਾਈ ਮੰਝ ਜੀਆਂ ਨੂੰ। ਐਸੇ ਗੁਰਸਿੱਖਾਂ ਨੂੰ ਜਿਨ੍ਹਾਂ ਨੂੰ ਗਲ ਦੇ ਨਾਲ ਲਾਇਆ ਹੈ, ਆਪਣੇ ਗਲ ਦੇ ਨਾਲ ਲਾਇਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਲਾਲੋ ਜੀਆਂ ਨੂੰ। ਆਪਣੇ ਗਲ ਦੇ ਨਾਲ ਲਾਇਆ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਭਾਈ ਜੈਤਾ ਜੀਆਂ ਨੂੰ। ਜਦੋਂ ਸੀਸ ਲੈ ਕੇ ਆਏ
ਤੇ ਮਹਾਰਾਜ ਕਹਿਣ ਲੱਗੇ ਐਸੇ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਆਪਣੇ ਗਲ ਦੇ ਨਾਲ ਗੁਰੂ ਪਾਤਸ਼ਾਹ ਲਾ ਲੈਂਦੇ, ਉਹਨਾਂ ਨੂੰ ਪੋਖ ਤੁਖਾਰ ਨਾ ਵਿਆਪਈ। ਤੁਖਾਰ ਤੋਂ ਭਾਵ ਠੰਡ ਤੋਂ ਭਾਵ ਲੈ ਲੈਣਾ ਕਠੋਰਤਾ। ਇਹ ਜਿਹੜਾ ਸਾਡਾ ਹਿਰਦਾ ਕਠੋਰ ਹੈ ਨਾ, ਪੱਥਰ ਬਣਿਆ, ਕਿਸੇ ਦੇ ਉੱਪਰ ਸਾਨੂੰ ਤਰਸ ਨਹੀਂ ਹੈ, ਰਹਿਮ ਨਹੀਂ ਹੈ, ਹਰ ਵੇਲੇ ਦੁੱਖ ਦੇਣ ਦਾ, ਸੱਟ ਮਾਰਨ ਦਾ ਯਤਨ ਕਰੀਦਾ। ਪੱਥਰ ਦਾ ਕੰਮ ਹੈ ਦੂਜਿਆਂ ਨੂੰ ਚੋਟ ਦੇਣੀ, ਦੂਜੇ ਭਾਂਡੇ ਨੂੰ ਭੰਨਣਾ, ਪਰ ਆਪ ਉਸੇ ਤਰ੍ਹਾਂ ਰਹਿਣਾ। ਹਿਰਦਾ ਪੱਥਰ ਬਣਿਆ ਹੋਇਆ, ਇਹ ਕਠੋਰਤਾ ਹੈ ਸਾਡੇ ਮਨ ਦੀ। ਪਰ ਜਿਨ੍ਹਾਂ ਨੂੰ ਗੁਰੂ ਮਿਲਿਆ, ਜਿਨ੍ਹਾਂ ਨੂੰ ਸਿਮਰਨ ਮਿਲਿਆ ਭਾਈ, ਉਹਨਾਂ ਦੇ ਮਨ ਦੀ ਕਠੋਰਤਾ ਦੂਰ ਹੋ ਜਾਂਦੀ ਹੈ। ਉਹਨਾਂ ਦਾ ਮਨ ਨਿਮਰਤਾ ਦੇ ਵਿੱਚ ਹੋ ਜਾਂਦਾ ਹੈ। ਉਹ ਕਿਸੇ ਦਾ ਦੁੱਖ ਦੇਖ ਨਹੀਂ ਸਕਦੇ, ਕਿਸੇ ਨੂੰ ਦੁੱਖ ਦੇ ਨਹੀਂ ਸਕਦੇ, ਸਗੋਂ ਦੁੱਖ ਵੇਖ ਕੇ ਅਗਲੇ ਦਾ ਦੁੱਖ ਦੂਰ ਯਤਨ ਕਰਨ ਦਾ ਯਤਨ ਕਰਦੇ ਨੇ। ਆਪਾਂ ਸਾਖੀ ਪੜ੍ਹਦੇ ਆ ਨਾ, ਭਾਈ ਸਾਹਿਬ ਭਾਈ ਲੱਧਾ ਜੀ ਜਿਹੜੇ ਲਾਹੌਰ ਸ਼ਹਿਰ ਦੇ ਰਹਿਣ ਵਾਲੇ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਨਾਲ ਨਰਾਦਰੀ ਦੇ ਬਚਨ ਕੀਤੇ ਸਨ ਭਾਈ ਸੱਤਾ ਤੇ ਭਾਈ ਬਲਵੰਡਾ ਨੇ। ਜਿਹੜੇ ਬਚਨ ਆਪਾਂ ਕਹਿ ਜਾਂ ਸੁਣ ਨਹੀਂ ਸਕਦੇ, ਇਹੋ ਜਿਹਾ ਕਠੋਰ ਬਚਨ, ਮਾੜੇ ਬਚਨ ਇਹਨਾਂ ਨੇ ਹੰਕਾਰ ਵਿੱਚ ਆਖੇ। ਤੇ ਮਹਾਰਾਜ ਨੇ ਆਖਿਆ ਤੁਸੀਂ ਫਿਟਕ ਗਏ ਹੋ, ਤੁਸੀਂ ਫਿੱਟ ਗਏ ਹੋ। ਜੋ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਇਹੋ ਜਿਹਾ ਸ਼ਬਦ ਵਰਤੇ ਨੇ, ਤੁਹਾਨੂੰ ਗੁਰੂ ਕੀ ਸੰਗਤ ਆਪਣੇ ਮੂੰਹ ਨਹੀਂ ਲਾਵੇਗੀ। ਜਿਹੜਾ ਤੁਹਾਨੂੰ ਬਖਸ਼ਾਵੇਗਾ ਨਾ, ਉਹਨੂੰ ਵੀ ਸਜ਼ਾ ਦੇਵਾਂਗੇ, ਉਹਨੂੰ ਵੀ ਸਜ਼ਾ ਭੁਗਤਣੀ ਪਵੇਗੀ, ਉਹਨੂੰ ਵੀ ਅਸੀਂ ਉਸ ਦੀ ਬਣਦੀ ਜਿਹੜੀ ਸਜ਼ਾ ਦੇਵਾਂਗੇ, ਉਸ ਦੇ ਮੂੰਹ 'ਤੇ ਕਾਲਖ ਮਲਾਂਗੇ। ਤੇ ਜਦੋਂ ਇਹ ਬਚਨ ਇਹਨਾਂ ਨੂੰ ਹੋਇਆ ਤੇ ਫਿਰ ਸਾਰਿਆਂ ਨੇ ਛੱਡ ਦਿੱਤਾ, ਸਾਰੇ ਹੀ ਦੂਰ ਹੋ ਗਏ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ। ਜਦੋਂ ਇਹ ਕੀਰਤਨ ਕਰਦੇ ਸਨ ਤੇ ਲੋਕ ਇਹਨਾਂ ਦੇ ਕੋਲ ਬੈਠਦੇ ਆ ਕੇ। ਮਾਨ ਹੈ ਵੀ ਸਾਨੂੰ ਬੜੇ ਲੋਕ ਜਾਣਦੇ, ਪਰ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਾ। ਜਦੋਂ ਹੁਣ ਬਿਪਤਾ ਪਈ ਹੈ, ਮਹਾਰਾਜ ਦਾ ਬਚਨ ਹੋ ਗਿਆ, ਜਿਹੜਾ ਤੁਹਾਨੂੰ ਬਖਸ਼ਾਵੇਗਾ ਜਾਂ ਤੁਹਾਡੇ ਨਾਲ ਬੈਠੇਗਾ, ਉਹਦੇ ਵੀ ਅਸੀਂ ਪਰਲੋਕ ਦੇ ਵਿੱਚ ਸਹਾਈ ਨਹੀਂ ਹੋਵਾਂਗੇ। ਸਾਰਿਆਂ ਨੇ ਛੱਡ ਦਿੱਤਾ ਤੇ ਸਰੀਰ ਦੇ ਉੱਪਰ ਕੋੜ ਦਾ ਰੋਗ ਆ ਨਿਕਲਿਆ। ਐਸੇ ਦੁਖਦਾਈ ਸਮੇਂ ਦੇ ਵਿੱਚ ਫਿਰ ਲਾਹੌਰ ਪਹੁੰਚੇ। ਉੱਥੇ ਭਾਈ ਲੱਧਾ ਜੀ ਰਹਿੰਦੇ, ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸਿੱਖ, ਤੇ ਜਾ ਕੇ ਬੇਨਤੀ ਕੀਤੀ ਜੀ ਸਾਡੇ 'ਤੇ ਕਿਰਪਾ ਕਰੋ। ਤੇ ਭਾਈ ਲੱਧਾ ਜੀਆਂ ਦਾ ਫਿਰ ਹਿਰਦਾ ਜਿਹੜਾ ਹੈ ਨਾ, ਉਹ ਬੜਾ ਕੋਮਲ ਹੈ, ਭਲਾ ਕਰਨ ਵਾਲਾ ਸੁਭਾਅ ਰੱਖਦੇ ਨੇ। ਚੱਲ ਪਏ ਨਾਲ। ਪਹਿਲਾਂ ਤੇ ਲਾਹੌਰ ਸ਼ਹਿਰ ਦੀਆਂ ਗਲੀਆਂ ਵਿੱਚ ਆਪਣੇ ਆਪ ਨੂੰ ਆਪੇ ਹੀ ਘੁਮਾਇਆ, ਕਾਲਖ ਲਾ ਕੇ ਮੂੰਹ 'ਤੇ ਗਧੇ ਦੇ ਉੱਪਰ ਬੈਠ ਕੇ ਲਾਹੌਰ ਵਿੱਚ ਗੇੜਾ ਦਿੱਤਾ, ਫਿਰ ਆ ਕੇ ਅੰਮ੍ਰਿਤਸਰ ਵਿੱਚ ਗੇੜਾ ਦਿੱਤਾ। ਤੇ ਕਿਸੇ ਨੇ ਆ ਕੇ ਦੱਸਿਆ ਮਹਾਰਾਜ ਭਾਈ ਲੱਧਾ ਜੀ ਆਹ ਕੁਝ ਕਰਦੇ ਪਏ। ਸਤਿਗੁਰੂ ਆਪ ਉੱਠ ਕੇ ਕੋਲ ਆਏ, ਕਹਿਣ ਲੱਗੇ ਭਾਈ ਲੱਧਿਆ ਕੀ ਕਰਨ ਦੀ ਲੋੜ ਸੀ, ਤੂੰ ਸਾਨੂੰ ਜੇ ਬੇਨਤੀ ਕਰਦਾ ਤੇ ਅਸੀਂ ਤੇ ਉਸ ਤਰ੍ਹਾਂ ਹੀ ਤੇਰੀ ਬੇਨਤੀ ਮੰਨ ਲੈਂਦੇ, ਆਹ ਕੁਝ ਤੇਰੇ ਵਾਸਤੇ ਨਹੀਂ ਸੀ। ਇਹ ਉਦਾਹਰਨ ਇਸ ਵਾਸਤੇ ਆਪਾਂ ਲਈ ਹੈ ਵੀ ਜਿਹੜੇ ਬਾਣੀ ਪੜ੍ਹਦੇ ਨੇ, ਜਿਹੜੇ ਵਾਹਿਗੁਰੂ ਮੰਤਰ ਦਾ ਚਿੰਤਨ ਕਰਦੇ ਨੇ, ਉਹਨਾਂ ਦੇ ਮਨ ਕਠੋਰ ਨਹੀਂ ਰਹਿ ਜਾਂਦੇ, ਉਹਨਾਂ ਦੇ ਮਨ ਕੋਮਲ ਹੋ ਜਾਂਦੇ। ਭਾਈ ਲੱਧਾ ਸਾਹਿਬ ਜੀ ਵਰਗੇ ਭਾਵੇਂ ਆਪਣਾ ਨਿਰਾਦਰ ਕਰਾਉਣਾ ਪਵੇ, ਪਰ ਦੂਜੇ ਨੂੰ ਬਖਸ਼ਾ ਵੀ ਦਿੰਦੇ ਨੇ। ਮਹਾਰਾਜ ਕਹਿਣ ਲੱਗੇ ਪੋਖ ਤੁਖਾਰ ਨਾ ਵਿਆਪਈ। ਇਸ ਪੋਹ ਦੇ ਮਹੀਨੇ ਵਿੱਚ ਜਿਹੜੀਆਂ ਗੁਰਮੁਖ ਰੂਹਾਂ ਨਾਮ ਜਪਣ ਵਾਲੀਆਂ ਨੇ, ਉਹਨਾਂ ਨੂੰ ਕਠੋਰਤਾ ਰੂਪੀ ਠੰਡ ਨਹੀਂ ਵਿਆਪਦੀ ਆ, ਕਠੋਰ ਨਹੀਂ ਰਹਿ ਜਾਂਦੇ। ਕੰਠ ਮਿਲਿਆ ਹਰਨਾਹੋ, ਜਿਨ੍ਹਾਂ ਦੇ ਗਲੇ ਦੇ ਨਾਲ ਹਰੀ ਹਰ ਪਰਮੇਸ਼ਰ ਮਿਲਿਆ ਹੈ, ਜਿਨ੍ਹਾਂ ਨੂੰ ਗਲੇ ਦੇ ਵਿੱਚ ਆ ਕੇ ਸਤਿਗੁਰੂ ਪਾਤਸ਼ਾਹ ਮਿਲੇ ਨੇ, ਜਿਨ੍ਹਾਂ ਦੇ ਗਲੇ ਦੇ ਅੰਦਰ ਵਾਹਿਗੁਰੂ ਮੰਤਰ ਦਾ ਜਾਪ ਮਿਲਿਆ, ਉਹਨਾਂ ਦੀ ਕਠੋਰਤਾਈ ਜਿਹੜੀ ਨਾਸ ਹੋ ਜਾਂਦੀ ਹੈ। ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ। ਉਹਨਾਂ ਦਾ ਮਨ ਜਿਹੜਾ ਹੈ ਨਾ, ਉਹ ਵਿੰਨਿਆ ਜਾਂਦਾ ਹੈ ਚਰਨਾਰ ਬਿੰਦ। ਜਿਸ ਤਰ੍ਹਾਂ ਕਮਲ ਫੁੱਲ ਦੇ ਉੱਪਰ ਭੌਰਾ ਲੁਭਾਇਮਾਨ ਹੋ ਜਾਂਦਾ ਹੈ, ਤੇ ਭੌਰਾ ਜਦੋਂ ਕਮਲ ਫੁੱਲ ਦੀ ਸੁਗੰਧੀ ਲੈਂਦਾ, ਮੁਕਰੰਦ ਰਸ ਨੂੰ ਲੈਂਦਾ, ਸੂਰਜ ਛਿਪ ਜਾਂਦਾ, ਕਮਲ ਦੇ ਫੁੱਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ, ਭੌਰਾ ਵਿੱਚ ਹੀ ਰਹਿ ਜਾਂਦਾ। ਪਰ ਮਸਤ ਇਹੋ ਜਿਹਾ ਹੋ ਗਿਆ, ਉਹਨੂੰ ਭੁੱਲ ਹੀ ਗਿਆ ਵੀ ਮੈਂ ਇੱਥੋਂ ਉੱਡਣਾ ਹੈ ਜਾਂ ਮੈਂ ਕਿਤੇ ਜਾਣਾ ਹੈ। ਦੇਸ਼ ਕਾਲ ਵਸਤੂ ਭੁੱਲ ਗਿਆ, ਸਭ ਕੁਝ ਮੇਰੇ ਨਾਲ ਅੱਗੇ ਕੀ ਹੋਵੇਗਾ ਇਹ ਵੀ ਭੁੱਲ ਗਿਆ। ਜਿਨ੍ਹਾਂ ਨੇ ਮਨ ਇਸ ਤਰ੍ਹਾਂ ਆਪਣੇ ਗੁਰੂ ਦੇ ਚਰਨਾਂ ਦੇ ਉੱਪਰ ਭੌਰੇ ਬਣਾਏ ਨੇ, ਦੁਨੀਆ ਭੁੱਲ ਗਈ ਹੈ। ਜਿਨ੍ਹਾਂ ਦੇ ਮਨ ਇਹੋ ਜਿਹੇ ਲੁਭਾਇਮਾਨ ਹੋਏ ਗੁਰੂ ਦੇ ਸ਼ਬਦ ਦੇ ਉੱਪਰ, ਸੰਸਾਰ ਭੁੱਲ ਗਿਆ ਹੈ। ਜਿਨ੍ਹਾਂ ਨੇ ਆਪਣਾ ਮਨ ਇਹੋ ਜਿਹਾ ਬਣਾਇਆ, ਉਹਨਾਂ ਗੁਰਮੁਖਾਂ ਦੇ ਮਨ ਗੁਰੂ ਦੇ ਚਰਨ ਜਿਹੜੇ ਕਮਲਾਂ ਵਰਗੇ ਨੇ, ਉਹਨਾਂ ਦੇ ਉੱਪਰ ਲੁਭਾਇਮਾਨ ਹੋ ਗਏ ਨੇ, ਵਿੰਨੇ ਗਏ ਨੇ।
ਤੇ ਫਿਰ ਕੀ ਹੋਇਆ? ਦਰਸ਼ਨ ਲਗੜਾ ਸਾਹੋ, ਦਰਸ਼ਨਾਂ ਦੀ ਇੱਛਾ ਜਾਗ ਪਈ ਕਿ ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ ਦਿਖਾਏ ਜੀ, ਇੱਕ ਛਿਣ ਮਾਤਰ ਦਾ ਹੀ ਦਰਸ਼ਨ ਦੇ ਦਿਓ। ਛਿਣ ਮਾਤਰ ਦਾ ਦਰਸ਼ਨ ਕਿੰਨਾ ਕੁ ਆ? ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਆਕਾਸ਼ ਦੇ ਵਿੱਚ ਬਿਜਲੀ ਚਮਕਾਰਾ ਮਾਰਦੀ ਤੇ ਨਾਲ ਹੀ ਗਾਇਬ ਹੋ ਜਾਂਦੀ। ਅਸਮਾਨ ਦੇ ਵਿੱਚ ਬਿਜਲੀ ਗੜਕਦੀ ਜ਼ਰੂਰ ਹੈ, ਇੱਕ ਵਾਰੀ ਚਮਕ ਮਾਰੀ ਨਾਲ ਹੀ ਖਤਮ ਹੋ ਗਈ। ਕਿੰਨਾ ਕੁ ਵੇਖ ਲਵੇਂਗਾ, ਕਿੰਨਾ ਕੁ ਰੱਜ ਜਾਵੇਂਗਾ। ਪਰ ਪਰਮਾਤਮਾ ਤੂੰ ਉਸ ਬਿਜਲੀ ਦੀ ਚਮਕ ਜਿੰਨਾ ਇੱਕ ਵਾਰੀ ਇੰਨਾ ਹੀ ਦਿਦਾਰਾ ਬਖਸ਼ਿਸ਼ ਕਰ ਦੇ, ਮੈਂ ਇਹਦੇ ਨਾਲ ਹੀ ਤ੍ਰਿਪਤ ਹੋ ਜਾਵਾਂਗਾ ਜਿਨ੍ਹਾਂ ਨੂੰ ਪਿਆਸ ਲੱਗੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਜਿਨ੍ਹਾਂ ਨੂੰ ਦਰਸ਼ਨਾਂ ਦੀ ਇੱਛਾ ਲੱਗੀ ਐਸੀ ਬੇਨਤੀ ਕਰਦੇ ਹਨ। ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਜਿਨ੍ਹਾਂ ਨੇ ਗੋਪਾਲ ਪਰਮਾਤਮਾ ਦੀ ਓਟ ਲਈ ਹੈ, ਓਟ ਨਾਮ ਆਸਰੇ ਦਾ ਹੈ, ਜਿਨ੍ਹਾਂ ਨੂੰ ਸਤਿਗੁਰਾਂ ਦਾ ਆਸਰਾ ਮਿਲਿਆ ਹੈ, ਜਿਨ੍ਹਾਂ ਨੇ ਗੁਰੂ ਦਾ ਹੀ ਆਸਰਾ ਰੱਖਿਆ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਝੇ ਆਗੇ ਅਰਦਾਸ। ਜਿਨ੍ਹਾਂ ਨੇ ਇਹ ਬੇਨਤੀ ਕੀਤੀ ਹੈ, ਮੇਰਾ ਬਲ ਵੀ ਤੂੰ ਹੈ, ਮੇਰੀ ਬਖਸ਼ਿਸ਼ ਵੀ ਤੂੰ ਹੈ, ਮੈਂ ਤੇਰੇ ਬਿਨਾਂ ਕਿਤੇ ਹੋਰ ਹੀ ਨਹੀਂ ਜਾ ਸਕਦਾ, ਮੇਰਾ ਕੋਈ ਹੈ ਹੀ ਨਹੀਂ ਤੇਰੇ ਬਿਨਾਂ। ਜਿਨ੍ਹਾਂ ਨੇ ਐਸੀ ਓਟ ਨੂੰ ਲਿਆ ਹੈ, ਪਾਤਸ਼ਾਹ ਕਹਿਣ ਲੱਗੇ ਉਹਨਾਂ ਨੇ ਸੇਵਾ ਸੁਆਮੀ ਲਾਹੋ, ਸੁਆਮੀ ਦੀ ਸੇਵਾ ਕਰਕੇ ਵੱਡਾ ਭਾਰੀ ਲਾਭ ਸੰਸਾਰ ਦਾ ਖੱਟ ਲਿਆ ਹੈ। ਕਿਉਂਕਿ ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਸੇਵਾ ਦਾ ਲਾਭ ਹੈ। ਤੇ ਸੇਵਾ ਕੀਤੀ ਹੈ ਭਾਈ ਮੰਝ ਨੇ, ਸੇਵਾ ਕੀਤੀ ਹੈ ਭਾਈ ਜੈਤਾ ਜੀ ਨੇ। ਸੇਵਾ ਕਰਨ ਵਾਲੇ ਗੁਰੂ ਕੇ ਸਿੱਖ ਸਨ। ਗੁਰੂ ਅਮਰਦਾਸ ਮਹਾਰਾਜ ਆਪ ਸੇਵਾ ਕਰਦੇ ਰਹੇ, ਪਾਣੀ ਢੋਂਦੇ ਰਹੇ। ਸੇਵਾ ਆਪ ਕੀਤੀ ਹੈ ਭਾਈ ਸਾਹਿਬ ਭਾਈ ਲਹਿਣਾ ਜੀਆਂ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੀ ਸੇਵਾ ਆਪ ਕੀਤੀ ਹੈ ਭਾਈ ਜੇਠਾ ਜੀਆਂ ਨੇ, ਜਿਹੜੇ ਗੁਰੂ ਰਾਮਦਾਸ ਬਣ ਕੇ ਸੰਸਾਰ ਵਿੱਚ ਪ੍ਰਗਟ ਹੋਏ। ਬੌਲੀ ਸਾਹਿਬ ਗੋਇੰਦਵਾਲ ਦੇ ਵਿੱਚੋਂ ਆ ਮਿੱਟੀ ਦੇ ਟੋਕਰੇ ਚੁੱਕ ਚੁੱਕ ਕੇ ਬਾਹਰ ਕੱਢੇ ਸੰਗਤ ਦੀ ਸੇਵਾ ਵਾਸਤੇ। ਤੇ ਸੇਵਾ ਆਪ ਕੀਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ। ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੰਤਾਂ ਕੇ ਕਾਰਜ ਆਪ ਕਲੋਵਾ, ਹਰ ਕੰਮ ਕਰਾਵਨ ਆਇਆ ਰਾਮ ਧਰਤ ਸੁਹਾਵੀ, ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਐਸੀ ਬਖਸ਼ਿਸ਼ ਉਹਨਾਂ ਨੇ ਆਪਣੇ ਮੁਖੋਂ ਕੀਤੀ ਹੈ। ਇਸ ਤਰ੍ਹਾਂ ਗੁਰਮੁਖ ਕਰਦੇ ਹਨ। ਵੇਖਿਆ ਭੋ ਨ ਸਕਈ ਮਿਲ ਸਾਧੂ ਗੁਣ ਗਾਹੋ। ਵੇਖਿਆ ਤੋਂ ਭਾਵ ਹੁੰਦਾ ਵੇਖ ਕਹਿੰਦੇ ਯੈਰ, ਯੈਰ ਦਾ ਕੰਮ ਹੈ ਮਾਰ ਦੇਣਾ, ਖਤਮ ਕਰ ਦੇਣਾ। ਸੰਸਾਰ ਦੇ ਵਿੱਚ ਸਾਰਿਆਂ ਤੋਂ ਵੱਡੀ ਜ਼ਹਿਰ ਕੀ ਹੈ? ਜਿਹੜੇ ਵਕਾਰ ਨੇ, ਕਿਸੇ ਨੂੰ ਕਾਮ ਦਾ, ਕਿਸੇ ਨੂੰ ਕ੍ਰੋਧ ਦਾ, ਕਿਸੇ ਨੂੰ ਲੋਭ ਦਾ, ਕਿਸੇ ਨੂੰ ਮੋਹ ਤੇ ਹੰਕਾਰ ਦਾ। ਇਹ ਜ਼ਹਿਰਾਂ ਨੇ। ਇੰਨੀ ਠੱਗੀ ਜੱਗ ਠੱਗਿਆ, ਇਹ ਵੱਡੇ ਠੱਗ ਨੇ। ਕਈ ਵਾਰੀ ਅਸੀਂ ਆਖਦੇ ਹਾਂ ਮੈਂ ਐਸ ਵਕਾਰ ਤੋਂ ਤੇ ਬਚਿਆ ਹੋਇਆ, ਮੈਂ ਐਸ ਜਿਹੜਾ ਮਾੜਾ ਐਬ ਹੈ ਇਹਦੇ ਤੋਂ ਬਚਿਆ ਹੋਇਆ, ਮੈਨੂੰ ਚੋਰੀ ਦੀ ਆਦਤ ਨਹੀਂ ਹੈ, ਮੈਨੂੰ ਚੁਗਲੀ ਦੀ ਆਦਤ ਨਹੀਂ ਹੈ। ਪਰ ਜੇ ਤੈਨੂੰ ਇਹ ਆਦਤ ਨਹੀਂ ਹੈ, ਇਹਦੇ ਤੋਂ ਬਿਨਾਂ ਤੈਨੂੰ ਕੋਈ ਹੋਰ ਦੂਜੀ ਹੋਵੇਗੀ। ਠੱਗ ਤੇ ਇੱਕ ਹੀ ਬੜਾ ਘਰ ਵਿੱਚ ਝਾੜੂ ਮਾਰਨ ਵਾਸਤੇ, ਠੱਗ ਤੇ ਇੱਕ ਹੀ ਮਿਲ ਜਾਵੇ ਤੇ ਉਹ ਲੁੱਟ ਕੇ ਲੈ ਜਾਂਦਾ। ਪਰ ਸੰਸਾਰ ਨੂੰ ਤੇ ਕਈ ਠੱਗ ਲੱਗੇ ਹੋਏ ਲੁੱਟਣ ਵਾਸਤੇ। ਪਾਤਸ਼ਾਹ ਕਹਿਣ ਲੱਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਇਹ ਵੱਡੇ ਠੱਗ ਨੇ, ਇਹ ਵੱਡੇ ਵਕਾਰ ਨੇ, ਵੱਡੀਆਂ ਜ਼ਹਿਰਾਂ ਨੇ ਸੰਸਾਰ ਦੀਆਂ, ਜਿਹੜੀਆਂ ਸੰਸਾਰ ਨੂੰ ਖਤਮ ਕਰਦੀਆਂ ਪਈਆਂ। ਨਹੀਂ ਛੱਡੇ ਇਹਨਾਂ ਨੇ ਰਾਜੇ ਮਹਾਰਾਜੇ, ਨਹੀਂ ਛੱਡੇ ਗਰੀਬ, ਨਹੀਂ ਛੱਡੇ ਸਵਰਨ ਜਾਤੀ ਵਾਲੇ, ਨਹੀਂ ਛੱਡੇ ਇਹਨਾਂ ਨੇ ਨੀਵੀਂ ਜਾਤ ਵਾਲੇ। ਇਹਨਾਂ ਵਕਾਰਾਂ ਨੇ ਸਭ ਨੂੰ ਲੁੱਟਿਆ ਹੋਇਆ, ਸਭ ਨੂੰ ਖਾਧਾ ਹੋਇਆ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਓ, ਬਾਣੀ ਦਾ ਬਚਨ ਹੈ। ਪਰ ਪਾਤਸ਼ਾਹ ਕਹਿਣ ਲੱਗੇ ਵਿਖਿਆ ਪੋਹੇ ਨ ਸਕਈ ਮਿਲ ਸਾਧੂ ਗੁਣ ਗਾਹੋ। ਜੇ ਸੰਗਤ ਵਿੱਚ ਆ ਕੇ ਬੈਠੇ ਹੋ, ਇਹ ਹੈ ਸਾਧੂਆਂ ਦੀ ਸੰਗਤ, ਇਹ ਹੈ ਗੁਰੂ ਦੀ ਸੰਗਤ। ਪਰ ਜਿਹੜਾ ਇੱਥੇ ਆ ਕੇ ਬੈਠੇਗਾ ਨਾ, ਇੱਥੇ ਬੈਠ ਕੇ ਗੁਣ ਗਾਏਗਾ, ਗੁਣ ਗਾਉਣ ਦੀ ਗੱਲ ਕੀਤੀ ਹੈ, ਸੰਗਤ ਵਿੱਚ ਬੈਠ ਕੇ ਗੱਲਾਂ ਕਰਨ ਦੀ ਗੱਲ ਨਹੀਂ ਕੀਤੀ ਹੈ। ਪਰ ਅਸੀਂ ਸੰਗਤ ਵਿੱਚ ਬੈਠ ਕੇ ਵੀ ਘੁਸਰ ਮੁਸਰ ਕਰਦੇ ਹਾਂ, ਗੱਲਬਾਤ ਕਰਦੇ ਹਾਂ। ਸੰਗਤ ਵਿੱਚ ਬੈਠਿਆਂ ਵੀ ਸਾਡੇ ਮੋਬਾਈਲ ਜਿਹੜੇ ਨੇ ਉਹ ਚੱਲਦੇ ਨੇ। ਸੰਗਤ ਵਿੱਚ ਆਇਆ ਸੀ ਰੱਬ ਦੇ ਗੁਣ ਗਾਉਣ ਵਾਸਤੇ, ਰੱਬ ਦਾ ਨਾਮ ਜਪਣ ਵਾਸਤੇ। ਸਾਵਧਾਨ ਇਕਾਗਰ ਚੀਤ, ਗੁਰਬਾਣੀ ਦਾ ਬਚਨ ਹੈ। ਸਾਵਧਾਨ ਹੋ ਕੇ ਮਨ ਟਿਕਾਉਣ ਵਾਸਤੇ ਸੰਗਤ ਵਿੱਚ ਆਏ ਹਾਂ। ਪਰ ਜੇ ਇੱਥੇ ਆ ਕੇ ਅਸੀਂ ਗੱਲਾਂ ਕਰਦੇ ਰਵਾਂਗੇ, ਨਾ ਆਪ ਕੁਝ ਲੈ ਕੇ ਜਾਣਾ, ਨਾ ਜਿਹੜਾ ਕੋਲ ਬੈਠਾ ਉਹਨੂੰ ਕੁਝ ਲੈ ਕੇ ਜਾਣ ਦੇਵਾਂਗੇ।
ਤੇ ਬੱਚਾ ਬੈਠਾ ਨਾ ਕਲਾਸ ਦੇ ਵਿੱਚ ਤੇ ਟੀਚਰ ਉਸ ਦਾ ਪੜ੍ਹਾਉਂਦਾ ਪਿਆ, ਉਸ ਨੂੰ ਸਮਝਾਉਂਦਾ ਪਿਆ, ਪਰ ਜੇ ਇੱਕ ਬੱਚਾ ਦੂਜੇ ਨਾਲ ਗੱਲ ਕਰਨ ਲੱਗ ਪਿਆ ਤੇ ਉਹਨਾਂ ਨੂੰ ਮਾਰ ਪੈਂਦੀ ਹੈ, ਕਲਾਸ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਹੈ ਵੀ ਤੂੰ ਆਪ ਨਹੀਂ ਸੁਣਦਾ, ਤੇਰੇ ਪੱਲੇ ਨਹੀਂ ਪੈਣਾ, ਪਰ ਜਿਹੜੇ ਤੇਰੇ ਕੋਲ ਬੈਠੇ ਨੇ ਤੂੰ ਉਹਨਾਂ ਦਾ ਧਿਆਨ ਵੀ ਨਹੀਂ ਲੱਗਣ ਦਿੰਦਾ। ਤੇ ਬਿਲਕੁਲ ਉਹ ਬੱਚੇ ਵਰਗੀ ਸਾਡੀ ਹਾਲਤ ਹੈ ਕਿ ਅਸੀਂ ਗੁਰੂ ਦੀ ਕਲਾਸ ਵਿੱਚ ਤੇ ਆਉਂਦੇ ਹਾਂ, ਪਰ ਹਾਲਤ ਉਹ ਹੈ ਵੀ ਨਾ ਸੁਣਦੇ ਨਾ ਸੁਣਨ ਦਿੰਦੇ। ਪਾਤਸ਼ਾਹ ਕਹਿਣ ਲੱਗੇ ਸੰਗਤ ਮਿਲੀ ਹੈ ਸਾਧੂ ਮਿਲ ਸਾਧੂ ਗੁਣ ਗਾਹੋ, ਇਹ ਮਿਲੀ ਹੈ ਗੁਣ ਗਾਉਣ ਵਾਸਤੇ, ਇਹ ਮਿਲੀ ਹੈ ਨਾਮ ਜਪਣ ਵਾਸਤੇ, ਇਹ ਮਿਲੀ ਹੈ ਸੰਗਤ ਸਾਨੂੰ ਗੁਰੂ ਦਾ ਬਚਨ ਸੁਣਨ ਵਾਸਤੇ। ਪਰ ਜੇ ਅਸੀਂ ਆਪ ਨਹੀਂ ਸੁਣਿਆ, ਕਿਸੇ ਨੂੰ ਸੁਣ ਨਹੀਂ ਦਿੱਤਾ, ਫਿਰ ਆਏ ਤੇ ਕੁਝ ਲੈਣ ਵਾਸਤੇ ਪਰ ਘਾਟਾ ਖਾ ਕੇ ਚੱਲੇ। ਵਿਖਿਆ ਪੁਹੇ ਨਾ ਸਕਈ ਮਿਲ ਸਾਧੂ ਗੁਣ ਗਾਹੋ, ਵਕਾਰ ਤੇਰੇ ਤਾਂ ਨੇੜੇ ਨਹੀਂ ਆਉਣਗੇ ਜੇ ਸਤ ਸੰਗਤ ਵਿੱਚ ਬੈਠ ਕੇ ਗੁਣ ਗਾਏਗਾ, ਨਾਮ ਜਪੇਗਾ, ਐਸੀ ਬਖਸ਼ਿਸ਼ ਹੁੰਦੀ ਹੈ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ। ਸੱਚੀ ਪ੍ਰੀਤ ਲੱਗੀ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਜਿਨ੍ਹਾਂ ਦੀ ਐਸੀ ਸੱਚੀ ਪ੍ਰੀਤ ਬਣੀ ਹੈ। ਪਾਤਸ਼ਾਹ ਕਹਿਣ ਲੱਗੇ ਉਹ ਜਿਹੜੇ ਗੁਰਮੁਖ ਨੇ ਨਾ, ਜਹ ਤੇ ਉਪਜੀ ਨਿਰੰਕਾਰ ਤੋਂ ਸੰਸਾਰ ਵਿੱਚ ਆਏ ਸਨ, ਪਰ ਇੱਥੇ ਨਾਮ ਜਪਣਗੇ ਤਹ ਮਿਲੀ, ਫਿਰ ਉਸ ਨਿਰੰਕਾਰ ਦੇ ਨਾਲ ਮਿਲ ਜਾਣਗੇ। ਨਾਮ ਜਪਣਗੇ ਤੇ ਫਿਰ ਉਹਦੇ ਨਾਲ ਮਿਲ ਜਾਣਗੇ ਜਿਹਦੇ ਤੋਂ ਵਿਛੜ ਕੇ ਆਏ ਨੇ, ਜਿਹਦੇ ਤੋਂ ਦੂਰ ਹੋ ਗਏ। ਤੇ ਦੂਰ ਕਿਹਦੇ ਤੋਂ ਹੋਏ? ਪਰਮਾਤਮਾ ਤੋਂ, ਤਾਂ ਸੰਸਾਰ ਵਿੱਚ ਆਏ ਆ। ਪਰ ਸੰਗਤ ਇਹੋ ਜਿਹੀ ਇੱਥੇ ਨਾਮ ਜਪੇਗਾ, ਜਿਹਦੇ ਨਾਲੋਂ ਵਿਛੜ ਕੇ ਆਇਆ ਉਹਦੇ ਨਾਲ ਫਿਰ ਮਿਲ ਜਾਏਗਾ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ, ਜਿਨ੍ਹਾਂ ਨੂੰ ਸੱਚੀ ਪ੍ਰੀਤ ਲੱਗੀ ਹੈ ਗੁਰੂ ਦੇ ਨਾਲ, ਸ਼ਬਦ ਦੇ ਨਾਲ, ਗੁਰਬਾਣੀ ਦੇ ਨਾਲ, ਉਹ ਫਿਰ ਉਸ ਦੇ ਨਾਲ ਮਿਲ ਜਾਂਦੇ ਹਨ। ਕਰ ਗਹਿ ਲੀਨੀ ਪਾਰ ਬ੍ਰਹਮ ਬੋੜ ਨ ਵਿਛੜਿਆ ਹੋ। ਜਿਹਨਾਂ ਦਾ ਹੱਥ ਗੁਰੂ ਨੇ ਫੜ ਲਿਆ, ਜਿਹਦਾ ਇੱਕ ਵਾਰੀ ਹੱਥ ਗੁਰੂ ਨੇ ਫੜ ਲਿਆ ਨਾ, ਫਿਰ ਵਿਛੜੇਗਾ ਨਹੀਂ ਸੰਸਾਰ ਰੂਪੀ ਮੇਲੇ ਦੇ ਵਿੱਚ। ਹੁਣ ਬੱਚਾ ਆਪਣੇ ਬਾਪ ਦੇ ਨਾਲ ਗਿਆ ਨਾ ਮੇਲਾ ਦੇਖਣ ਵਾਸਤੇ, ਮੇਲੇ ਵਿੱਚ ਭੀੜ ਬੜੀ ਹੈ, ਖਿਡੌਣੇ ਬੜੇ, ਮਠਿਆਈਆਂ ਬੜੀਆਂ, ਪਰ ਜਿਹਦਾ ਹੱਥ ਬਾਪ ਨੇ ਘੁੱਟ ਕੇ ਫੜਿਆ ਹੋਇਆ ਬੱਚੇ ਦਾ, ਉਹ ਬੱਚਾ ਬਾਪ ਨਾਲੋਂ ਨਿਖੜਦਾ ਨਹੀਂ, ਵਿਛੜਦਾ ਨਹੀਂ, ਦੂਰ ਨਹੀਂ ਜਾਂਦਾ, ਸਹੀ ਸਲਾਮਤ ਆਪਣੇ ਘਰੇ ਪਹੁੰਚੇਗਾ। ਪਰ ਜਿਹਦਾ ਧਿਆਨ ਹੀ ਰਹਿ ਗਿਆ ਮੇਲੇ ਵਿੱਚ, ਬਾਜੀ ਵਿੱਚ ਰਹਿ ਗਿਆ, ਖਿਡੌਣੇ ਵਿੱਚ ਰਹਿ ਗਿਆ, ਖਾਣ ਪੀਣ ਵਿੱਚ ਰਹਿ ਗਿਆ, ਉਹ ਛੱਡ ਕੇ ਭੁੱਲ ਜਾਏਗਾ। ਇਹ ਸੰਸਾਰ ਵੀ ਮੇਲਾ ਜਿਹਦੇ ਵਿੱਚ ਅਸੀਂ ਆਏ ਹੋਏ। ਇੱਥੇ ਬੜੇ ਖਿਡੌਣੇ ਨੇ ਵਕਾਰਾਂ ਦੇ, ਇੱਥੇ ਬੜੇ ਪਦਾਰਥ ਨੇ ਖਾਣ ਵਾਲੇ, ਇਹਨਾਂ ਪਦਾਰਥਾਂ ਵਿੱਚ ਧਿਆਨ ਲੱਗ ਗਿਆ, ਵਕਾਰਾਂ ਦੇ ਖਿਡੌਣਿਆਂ ਵਿੱਚ ਧਿਆਨ ਲੱਗ ਗਿਆ। ਅਕਾਲ ਪੁਰਖ ਦਾ ਹੱਥ ਸਾਡੇ ਕੋਲੋਂ ਛੁੱਟ ਜਾਣਾ ਹੈ ਜਾਂ ਛੁੱਟ ਗਿਆ ਹੈ, ਤੇ ਸੰਸਾਰ ਦੇ ਮੇਲੇ ਵਿੱਚ ਹੀ ਬੈਠੇ ਆ ਕੇ ਨਿਕਲ ਨਹੀਂ ਸਕੇ। ਪਰ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੀ ਬਾਂਹ ਗੁਰੂ ਫੜ ਲੈਂਦਾ ਨਾ, ਐਸੀ ਬਾਂਹ ਫੜਦਾ ਫਿਰ ਛੱਡਦਾ ਨਹੀਂ, ਭਾਵੇਂ ਜੋ ਮਰਜ਼ੀ ਹੋ ਜਾਵੇ। ਤੇ ਸਾਖੀ ਆਪਣੇ ਸਾਹਮਣੇ ਆ ਜਾਂਦੀ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀਆਂ ਦੀ। ਔਰੰਗਜ਼ੇਬ ਬਾਦਸ਼ਾਹ ਇਹੋ ਜਿਹਾ ਜਿਹਦਾ ਨਾਮ ਸੁਣ ਕੇ ਵੱਡੇ ਵੱਡੇ ਰਾਜਿਆਂ ਦੀਆਂ ਲੱਤਾਂ ਕੰਬ ਜਾਂਦੀਆਂ, ਕੇਵਲ ਨਾਂ ਸੁਣ ਕੇ। ਅਜੇ ਉਹਨੇ ਕਾਰਵਾਈ ਤੇ ਕਰਨੀ ਹੈ, ਪਰ ਉਹਦੇ ਨਾਮ ਦਾ ਹੀ ਇੰਨਾ ਡਰ ਹੈ ਵੀ ਉਹਦਾ ਨਾਮ ਸੁਣ ਕੇ ਵੱਡਿਆਂ ਵੱਡਿਆਂ ਦੇ ਪਸੀਨੇ ਆ ਜਾਂਦੇ ਵੀ ਜੇ ਅਸੀਂ ਆਹ ਕੰਮ ਕੀਤਾ ਤੇ ਔਰੰਗਜ਼ੇਬ ਨੇ ਛੱਡਣਾ ਕੋਈ ਨਹੀਂ, ਬੜੀ ਭਿਆਨਕ ਮੌਤ ਦਿੰਦਾ ਸੀ। ਤੇ ਇਤਿਹਾਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਵੀ ਜਿਹੜਾ ਉਹਦਾ ਕਹਿਣਾ ਨਹੀਂ ਨਾ ਮੰਨਦਾ, ਤੇ ਉਹਨਾਂ ਦੇ ਨਾਲ ਕੀ ਹਾਲਤ ਕਰਦਾ। ਜਿਹੜੀਆਂ ਦਿੱਲੀ ਵਿੱਚ ਵੇਸਵਾ ਰਹਿੰਦੀਆਂ ਸਨ, ਤੇ ਬਾਦਸ਼ਾਹ ਦੇ ਕਹਿਣੇ ਤੋਂ ਜਦੋਂ ਉਹਨੇ ਵੇਖਿਆ ਵੀ ਇਹ ਛੱਡਦੀਆਂ ਨਹੀਂ, ਮੈਂ ਇਹਨਾਂ ਨੂੰ ਕਿਹਾ ਵੀ ਵੇਸਵਾ ਪੁਣਾ ਛੱਡ ਦਿਓ, ਤੇ ਵੇਸਵਾ ਕਹਿਣ ਲੱਗੀਆਂ ਵੀ ਬਾਦਸ਼ਾਹ ਸਲਾਮਤ, ਸਾਡੀ ਤੇ ਰੋਜੀ ਰੋਟੀ ਇਹੋ ਕੰਮ ਹੈ, ਅਸੀਂ ਕੀ ਕਰਾਂਗੀਆਂ, ਭੁੱਖੀਆਂ ਮਰ ਜਾਵਾਂਗੀਆਂ। ਨਹੀਂ, ਤੁਹਾਨੂੰ ਛੱਡਣਾ ਪਵੇਗਾ, ਮੈਨੂੰ ਇਸ ਬਾਰੇ ਪਤਾ ਨਹੀਂ ਹੈ, ਪਰ ਛੱਡਣਾ ਪਵੇਗਾ। ਤੋ ਵੇਸਵਾ ਜਿਹੜੀਆਂ ਸਨ ਕਹਿਣ ਲੱਗੀਆਂ ਫਿਰ ਅਸੀਂ ਤੇ ਨਹੀਂ ਛੱਡਦੀਆਂ, ਭੁੱਖੇ ਨਹੀਂ ਮਰਨਾ। ਤੇ ਬਾਦਸ਼ਾਹ ਨੇ ਉਸ ਵੇਲੇ ਆਪਣੇ ਵਜ਼ੀਰਾਂ ਨੂੰ ਹੁਕਮ ਦਿੱਤਾ, ਕਹਿਣ ਲੱਗਾ ਇਹਨਾਂ ਸਾਰੀਆਂ ਨੂੰ ਬੇੜੇ ਦੇ ਵਿੱਚ ਬਿਠਾਓ, ਵੱਡੀਆਂ ਵੱਡੀਆਂ ਬੇੜੀਆਂ ਕਿਸ਼ਤੀਆਂ ਵਿੱਚ ਬਿਠਾਓ, ਜਿੱਥੇ ਜਮਨਾ ਦਾ ਡੂੰਘਾ ਪਾਣੀ ਹੈ ਉੱਥੇ ਜਾ ਕੇ ਬੇੜੀਆਂ ਡੋਬ ਦਿਓ, ਸਾਰੀਆਂ ਮਾਰ ਦਿਓ, ਰਹਿਣੀ ਕੋਈ ਨਹੀਂ ਚਾਹੀਦੀ। ਐਸੀਆਂ ਸਜ਼ਾਵਾਂ ਦਿੰਦਾ ਔਰੰਗਜ਼ੇਬ ਬਾਦਸ਼ਾਹ, ਤੇ ਸਾਰੀਆਂ ਨੂੰ ਡੋਬ ਕੇ ਮਾਰ ਦਿੱਤਾ। ਫਕੀਰ ਸਾਧੂ ਰਹਿੰਦੇ ਸਨ, ਜਿਹੜੇ ਸੂਫੀ ਫਕੀਰ ਜਿਨ੍ਹਾਂ ਨੂੰ ਕਿਹਾ ਜਾਂਦਾ। ਹੁਣ ਬਾਦਸ਼ਾਹ ਸੋਚਦਾ ਵੀ ਇਹਨਾਂ ਨੂੰ ਇਹ ਪਖੰਡ ਕਰਦੇ ਨੇ, ਕੇਵਲ ਅੱਖਾਂ ਬੰਦ ਕਰਕੇ ਐਵੇਂ ਸਿਰ ਮਾਰੀ ਜਾਂਦੇ, ਸਮਾਧੀ ਲੱਗਦੀ ਕੋਈ ਨਹੀਂ, ਪਖੰਡ ਕਰਦੇ ਨੇ। ਤੇ ਬਾਦਸ਼ਾਹ ਨੇ ਉਹਨਾਂ ਦੀ ਪਰਖ ਕਰਨ ਵਾਸਤੇ ਉੱਚੇ ਟਿੱਲੇ ਦੇ ਉੱਪਰ ਇੱਕ ਬੜਾ ਸੋਹਣਾ ਬੈਂਚ ਬਣਾਇਆ ਬੈਠਣ ਵਾਸਤੇ, ਸਾਰਿਆਂ ਨੂੰ ਉੱਪਰ ਬਿਠਾਇਆ।
ਤੋ ਇੰਨਾ ਤਿਲਕਵਾ ਤੇ ਇੰਨਾ ਢਲਾਣ ਵਾਲਾ ਸੀ ਵੀ ਜੇ ਬੰਦਾ ਇੱਕ ਵਾਰੀ ਵੀ ਸਿਰ ਮਾਰੇਗਾ ਨਾ ਬੇਫਿਕਰੀ ਦੇ ਵਿੱਚ, ਤਾਂ ਉੱਤੋਂ ਥੱਲੇ ਡਿੱਗੇਗਾ ਤੇ ਥੱਲੇ ਜਿਹੜੇ ਸਨ ਤੇਲ ਦੇ ਕੜਾਹੇ ਗਰਮ ਕੀਤੇ ਹੋਏ, ਵੀ ਸਿੱਧਾ ਵਿੱਚ ਡਿੱਗੇ ਤੇ ਮਰ ਜਾਵੇ, ਤਾਂ ਕਿ ਇਹ ਡਰਦੇ ਹੋਏ ਨਾ ਇਹਨਾਂ ਦੀ ਸੁਰਤੀ ਤਾਂ ਕਿਤੇ ਚੜ੍ਹੇ ਤੇ ਨਾ ਇਹ ਸਿਰ ਮਾਰਨ ਤੇ ਮੈਂ ਦੁਨੀਆ ਨੂੰ ਦੱਸਾਂ ਵੀ ਇਹ ਪਖੰਡ ਕਰਦੇ ਪਏ। ਇਹੋ ਜਿਹੇ ਕੰਮ ਕਰਦਾ ਔਰੰਗਜ਼ੇਬ ਬਾਦਸ਼ਾਹ। ਉਸਨੇ ਸੂਫੀ ਸੰਤਾਂ ਨੂੰ ਵੀ ਨਹੀਂ ਛੱਡਿਆ, ਬੇਸਵਾਵਾਂ ਨੂੰ ਵੀ ਪਾਣੀ ਵਿੱਚ ਡੋਬ ਡੋਬ ਕੇ ਮਾਰਦਾ, ਤੇ ਉਹਦਾ ਨਾਮ ਸੁਣ ਕੇ ਦੁਨੀਆ ਕੰਬਦੀ ਹੈ ਵੀ ਇੰਨੀ ਭਿਆਨਕ ਸਜ਼ਾ ਦਿੰਦਾ, ਕਿਸੇ ਨੂੰ ਛੱਡਦਾ ਨਹੀਂ। ਤੇ ਨੰਦ ਲਾਲ ਜਦੋਂ ਭੱਜਾ ਨਾ ਦਿੱਲੀ ਦੇ ਵਿੱਚੋਂ, ਤੇ ਇੱਕੋ ਹੀ ਓਟ ਸੀ ਵੀ 10ਵੇਂ ਪਾਤਸ਼ਾਹ ਬੈਠੇ ਅਨੰਦਪੁਰ ਸਾਹਿਬ ਦੀ ਧਰਤੀ ਤੇ, ਜੇ ਮੈਂ ਉਹਨਾਂ ਕੋਲ ਪਹੁੰਚ ਗਿਆ ਤੇ ਉਹ ਮੇਰਾ ਵਾਲ ਵਿੰਗਾ ਨਹੀਂ ਹੋਣ ਦੇਣਗੇ। ਤੇ ਇਸੇ ਤਰ੍ਹਾਂ ਹੀ ਹੋਇਆ, ਭੱਜ ਕੇ 10ਵੇਂ ਪਾਤਸ਼ਾਹ ਕੋਲ ਆਇਆ, ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ ਔਰੰਗਜ਼ੇਬ ਦਾ ਨਾਲ ਮੇਰਾ ਵੈਰ ਪੈ ਗਿਆ, ਮੈਨੂੰ ਮਾਰਨਾ ਚਾਹੁੰਦਾ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਤੇ ਕਿਸੇ ਦੇ ਬਦਲੇ ਕੌਣ ਕਿਸੇ ਨਾਲ ਵੈਰ ਲਵੇ? ਗੁਨਾਹ ਕਿਸੇ ਨੇ ਕੀਤਾ, ਕੰਮ ਕਿਸੇ ਨੇ ਕੀਤਾ, ਉਹਦੇ ਬਦਲੇ ਦੂਜਾ ਕੌਣ ਆਪਣਾ ਵਿਗਾੜੇ, ਆਪਣਾ ਆਪ ਵਿਗਾੜੇ ਬਾਦਸ਼ਾਹ ਦੇ ਨਾਲ। ਪਰ ਮਹਾਰਾਜ ਕਹਿਣ ਲੱਗੇ ਤੂੰ ਸਾਡੇ ਕੋਲ ਆ ਗਿਆ, ਹੁਣ ਤੈਨੂੰ ਰੰਗੇ ਦੀ ਪਰਵਾਹ ਕੋਈ ਨਹੀਂ ਹੈ, ਅਸੀਂ ਜਾਣੀਏ ਤੇ ਉਹ ਰੰਗਾ ਜਾਣੇ। ਮਹਾਰਾਜ ਕਹਿਣ ਲੱਗੇ ਕਰ ਗਿਆ ਲੀਨੀ ਪਾਰ ਬ੍ਰਹਮ। ਭਾਈ ਨੰਦ ਲਾਲ ਵਰਗਿਆਂ ਦਾ ਹੱਥ ਫੜ ਲਿਆ 10ਵੇਂ ਪਾਤਸ਼ਾਹ ਨੇ, ਬਹੁਰ ਨਾ ਵਿਛੜੀ ਆਹੋ, ਜਿੰਨਾ ਚਿਰ ਰਿਹਾ ਫਿਰ ਮਹਾਰਾਜ ਦੇ ਨਾਲ ਹੀ ਰਿਹਾ, ਉਹ ਰੰਗਾ ਵੇਖ ਨਹੀਂ ਸਕਿਆ ਉਹਦੇ ਵੱਲ। ਇਸ ਤਰ੍ਹਾਂ ਜਿਨ੍ਹਾਂ ਦੀ ਉਹ ਬਾਂਹ ਫੜ ਲੈਂਦਾ ਹੈ ਨਾ, ਜਿਨ੍ਹਾਂ ਦਾ ਹੱਥ ਫੜ ਲੈਂਦਾ ਉਹਨਾਂ ਨੂੰ ਫਿਰ ਵਿਛੜਨ ਨਹੀਂ ਦਿੰਦਾ, ਸੰਸਾਰ ਦੇ ਮੇਲੇ ਵਿੱਚ ਵੀ ਉਹਨਾਂ ਨੂੰ ਗਵਾਚਣ ਨਹੀਂ ਦਿੰਦਾ, ਸੰਸਾਰ ਦੇ ਮੇਲੇ ਵਿੱਚੋਂ ਵੀ ਬਾਹਰ ਕੱਢ ਲੈਂਦਾ ਹੈ। ਬਾਹਰ ਜਾਓ ਲੱਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਸੱਜਣ ਪ੍ਰਮਾਤਮਾ ਨਾ ਅਗਮ ਮਨ ਦੀ ਗਮਤਾ ਤੋਂ ਪਰੇ ਹੈ। ਸਾਡਾ ਮਨ ਭੱਜਦਾ ਬਹੁਤ ਜ਼ਿਆਦਾ ਹੈ, ਅਸੀਂ ਇੱਥੇ ਬੈਠੇ ਹਾਂ, ਇੱਕ ਛਿਣ ਦੇ ਵਿੱਚ ਇਹ ਮਨ ਜਿਹੜਾ ਨਾ ਅਮਰੀਕਾ ਕੈਨੇਡਾ ਪਹੁੰਚ ਜਾਏਗਾ। ਜਿਹੜਾ ਸਾਡਾ ਉੱਥੇ ਰਿਸ਼ਤੇਦਾਰ ਬੈਠਾ ਨਾ, ਜਿਹਦੇ ਕੋਲੋਂ ਅਸੀਂ ਜਾ ਕੇ ਵਾਪਸ ਆ ਗਏ ਹਾਂ, ਸਾਡਾ ਖਿਆਲ ਉੱਥੇ ਪਹੁੰਚੇਗਾ, ਇੱਕ ਛਿਣ ਵੀ ਨਹੀਂ ਲੱਗੇਗਾ। ਜੇ ਅਸੀਂ ਸਰੀਰ ਨੂੰ ਲੈ ਕੇ ਜਾਣਾ, ਸਾਨੂੰ ਵੀਜ਼ਾ ਲਵਾਉਣਾ ਪਏਗਾ, ਟਿਕਟ ਲੈਣੀ ਪਵੇਗੀ, ਕਈ ਦਿਨ ਲੱਗਣਗੇ, ਕਈ ਮੁਸ਼ੱਕਤਾਂ ਕਰਨੀਆਂ ਪੈਣਗੀਆਂ, ਸਰੀਰ ਤਾਂ ਪਹੁੰਚਣਾ। ਪਰ ਮਨ ਨੂੰ ਨਾ ਟਿਕਟ ਲੈਣ ਦੀ ਲੋੜ ਹੈ, ਨਾ ਵੀਜ਼ਾ ਲੈਣ ਦੀ ਲੋੜ ਹੈ, ਨਾ ਸਮੇਂ ਦੀ ਲੋੜ ਹੈ। ਛਿਣ ਦੇ ਵਿੱਚ ਹੀ ਮਨ ਖਿਆਲ ਤੇ ਉੱਥੇ ਪਹੁੰਚ ਗਿਆ। ਐਡੀ ਛੇਤੀ ਮਨ ਭੱਜਦਾ, ਇੰਨਾ ਤੇਜ਼ ਦੌੜਦਾ। ਪਰ ਇੰਨਾ ਤੇਜ਼ ਦੌੜਨ ਵਾਲਾ ਮਨ ਵੀ ਰੱਬ ਦੇ ਦਰ ਤੱਕ ਨਹੀਂ ਪਹੁੰਚ ਸਕਿਆ। ਇੰਨਾ ਭੱਜਣ ਦੇ ਬਾਵਜੂਦ, ਇੰਨੀ ਸਪੀਡ ਹੋਣ ਦੇ ਬਾਵਜੂਦ ਵੀ ਉੱਥੇ ਨਹੀਂ ਪਹੁੰਚਿਆ। ਤਾਂ ਆਖਿਆ ਵੀ ਪਰਮਾਤਮਾ ਅਗਮ ਹੈ, ਮਨ ਦੀ ਗਮਤਾ ਉਹਦੇ ਤੱਕ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਾਹਰ ਜਾਓ ਲੱਖ ਬੇਰੀਆ, ਮੈਂ ਵਾਰ ਨੇ ਬਲਹਾਰ ਨੇ, ਮੈਂ ਸਦਕੇ ਮੈਂ ਕੁਰਬਾਨ ਜਾਵਾਂ। ਇੱਕ ਵਾਰੀ ਨਹੀਂ, ਲੱਖ ਬੇਰੀਆ, ਲੱਖਾਂ ਵਾਰੀ ਜਾਵਾਂ। ਅਸੀਂ ਤੇ ਇੱਕ ਵਾਰੀ ਮੱਥਾ ਟੇਕ ਕੇ ਥੱਕ ਜਾਂਦੇ, ਅਸੀਂ ਤੇ ਇੱਕ ਵਾਰੀ ਕਿਤੇ ਸੰਗਰਾਂਦ ਨੂੰ ਗੁਰਦੁਆਰੇ ਆ ਜਾਈਏ ਤੇ ਥੱਕ ਜਾਈਦਾ ਵੀ ਹੁਣ ਸਾਰਾ ਮਹੀਨਾ ਆਰਾਮ ਕਰਾਂਗੇ ਤੇ ਅਗਲੇ ਮਹੀਨੇ ਆਵਾਂਗੇ। ਪਰ ਗੁਰੂ ਪਾਤਸ਼ਾਹ ਕਹਿ ਰਹੇ ਨੇ ਮੈਂ ਵਾਰ ਜਾਊਂ ਲੱਖ ਬੇਰੀਆਂ, ਮੈਂ ਲੱਖਾਂ ਵਾਰੀ ਕੁਰਬਾਨ ਜਾਵਾਂ, ਸਦਕੇ ਜਾਵਾਂ। ਨਮੋ ਹੋ ਨਾਮ ਸਾਹਿਬ ਕੋ ਨਾਮ ਅਧਰਿਆ, ਨਾਮੋ ਹੋ ਨਾਮ ਸਾਹਿਬ ਕੋ ਨਾਮ ਅਧਰਿਆ। ਮੇਰੀ ਵਾਰ ਵਾਰ ਨਮਸਕਾਰ ਹੈ, ਨਮਸਕਾਰ ਹੈ। ਤੇ ਬਚਨ ਆਪਾਂ ਪੜਿਆ ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ। ਆਦ ਗੁਰੂ ਕੌਣ ਨੇ? ਗੁਰੂ ਨਾਨਕ ਸਾਹਿਬ ਜੀ, ਮੇਰੀ ਉਹਨਾਂ ਨੂੰ ਨਮਸਕਾਰ। ਜੁਗਾਦ ਗੁਰੇ ਨਮਹਿ, ਦੂਜੇ ਗੁਰੂ ਕੌਣ ਨੇ? ਗੁਰੂ ਅੰਗਦ ਸਾਹਿਬ ਜੀ, ਮੇਰੀ ਉਹਨਾਂ ਨੂੰ ਨਮਸਕਾਰ ਹੈ। ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ। ਸਤਿਗੁਰੂ ਕੌਣ ਨੇ? ਗੁਰੂ ਅਰਜਨ ਸਾਹਿਬ ਜੀਆਂ ਦੇ, ਜਿਹੜਾ ਗੁਰੂ ਦਾ ਵੀ ਗੁਰੂ ਹੋਵੇ। ਤੇ ਗੁਰੂ ਅਰਜਨ ਸਾਹਿਬ ਦੇ ਗੁਰੂ ਨੇ ਗੁਰੂ ਰਾਮਦਾਸ ਪਾਤਸ਼ਾਹ, ਉਹਨਾਂ ਦੇ ਗੁਰੂ ਨੇ ਗੁਰੂ ਅਮਰਦਾਸ ਪਾਤਸ਼ਾਹ, ਉਹਨਾਂ ਦੇ ਚਰਨਾਂ ਤੇ ਨਮਸਕਾਰ। ਸ੍ਰੀ ਗੁਰਦੇਵੇ ਨਮਹਿ, ਜਿਹੜੇ ਮੇਰੇ ਗੁਰੂ ਨੇ ਸਾਹਿਬ ਗੁਰੂ ਰਾਮਦਾਸ, ਮੇਰੀ ਉਹਨਾਂ ਨੂੰ ਵੀ ਨਮਸਕਾਰ। ਸੁਖਮਨੀ ਸਾਹਿਬ ਦਾ ਪਾਠ ਲਿਖਣ ਤੋਂ ਪਹਿਲਾਂ ਸਤਿਗੁਰਾਂ ਨੇ ਪਹਿਲੇ ਗੁਰਾਂ ਨੂੰ ਨਮਸਕਾਰ ਕੀਤੀ ਹੈ। ਇਸ ਸ਼ਲੋਕ ਦੇ ਵਿੱਚ ਇਹ ਹੈ ਨਮਸਕਾਰ ਕਰਨੀ। ਮਹਾਰਾਜ ਕਹਿਣ ਲੱਗੇ ਬਾਹਰ ਜਾਓ ਲੱਖ ਬੇਰੀਆ, ਮੈਂ ਇੱਕ ਵਾਰੀ ਨਹੀਂ, ਵਾਰ ਵਾਰ ਬਲਹਾਰ ਜਾਵਾਂ, ਕੁਰਬਾਨ ਜਾਵਾਂ। ਕਿਉਂਕਿ ਉਹ ਜਿਹੜਾ ਸੱਜਣ ਹੈ ਨਾ, ਮਨ ਦੀ ਗਮਤਾ ਤੋਂ ਪਰੇ ਹੈ, ਤੇ ਮੈਂ ਉਹਨੂੰ ਨਮਸਕਾਰ ਕਰਕੇ ਆਪਣੇ ਆਪ ਨੂੰ ਸਫਲਾ ਕਰ ਲਵਾਂ। ਸਰਮ ਪਈ ਨਾਰਾਇਣ ਨਾਨਕ ਦਰ ਪਿਆ ਹੋ। ਸ਼ਰਮ ਤੋਂ ਭਾਵ ਹੁੰਦਾ ਲੱਜਾ। ਜੇ ਮੈਂ ਇੱਕ ਦਰ ਤੇ ਬੈਠਾ ਰਵਾਂਗਾ, ਰੱਬ ਨੂੰ ਲੱਜਾ ਆ ਜਾਣੀ ਹੈ ਵੀ ਇਹ ਤੇ ਮੇਰੇ ਦਰ ਤੇ ਬੈਠਾ, ਹਿੱਲਦਾ ਹੀ ਨਹੀਂ, ਮੈਨੂੰ ਇਹਦਾ ਕੁਝ ਕਰਨਾ ਪੈਣਾ।
ਕੁੱਤਾ ਬੈਠਾ ਨਾ ਮਾਲਕ ਦੇ ਦਰ ਤੇ, ਉਹਨੂੰ ਇੱਕ ਵਾਰੀ ਭਜਾਇਆ, 2 ਵਾਰੀ ਦੌੜਾਇਆ, ਫਿਰ ਆ ਕੇ ਬੈਠ ਗਿਆ। ਫਿਰ ਮਾਲਕ ਨੂੰ ਦਇਆ ਆ ਜਾਂਦੀ ਹੈ, ਇਹ ਨਹੀਂ ਜਾਂਦਾ ਇਹਨੂੰ ਰੋਟੀ ਪਾ ਦਿਓ, ਰੋਟੀ ਮਿਲ ਜਾਂਦੀ ਹੈ। ਇੱਕ ਦਰਦਾ ਉਹ ਵਫਾਦਾਰ ਹੋਇਆ। ਜੇ ਉਹਦੇ ਕੋਈ ਜ਼ਖਮ ਹੋ ਗਿਆ, ਕੋਈ ਉਹਦੇ ਤੇ ਕਸ਼ਟ ਆ ਗਿਆ, ਤਾਂ ਵੀ ਮਾਲਕ ਨੂੰ ਹੁੰਦਾ ਮੇਰੇ ਬਿਨਾਂ ਇਹਦਾ ਕੌਣ ਹੈ, ਇਹਦਾ ਇਲਾਜ ਕਰਵਾਈਏ, ਕਿਉਂਕਿ ਵਫਾਦਾਰੀ ਦਾ ਗੁਣ ਉਹਦੇ ਕੋਲ ਹੈ। ਸੁਆਮੀ ਕੋ ਗ੍ਰਹਿਓ ਜਿਉ ਸਦਾ ਸਵਾਨ ਤਜਤ ਨਹੀਂ, ਨਿਤ ਨਾਨਕ ਇਹ ਬਿਧ ਹਰ ਭਜੋ ਇੱਕ ਮਨ ਹੋਏ ਇੱਕ। ਕੁੱਤਾ ਮਾਲਕ ਦਾ ਦਰ ਨਹੀਂ ਛੱਡਦਾ। ਬੰਦਿਆ ਤੂੰ ਕੁੱਤੇ ਵਾਲਾ ਹੀ ਗੁਣ ਲੈ ਲਾ। ਕੁੱਤੇ ਨੂੰ ਸੋਟਾ ਤੇ ਅਸੀਂ ਮਾਰ ਸਕਦੇ ਹਾਂ, ਕੁੱਤੇ ਨੂੰ ਪੱਥਰ ਤੇ ਮਾਰ ਸਕਦੇ ਹਾਂ, ਪਰ ਕੁੱਤੇ ਕੋਲੋਂ ਗੁਣ ਲਵਾਂਗੇ ਤੇ ਨੀਵੇਂ ਹੋ ਜਾਵਾਂਗੇ ਨਾ, ਅਸੀਂ ਛੋਟੇ ਹੋ ਜਾਵਾਂਗੇ। ਕੁੱਤੇ ਕੋਲ ਗੁਣ ਕੀ ਹੈ? ਵਫਾਦਾਰੀ ਮਾਲਕ ਦੀ। ਪਾਤਸ਼ਾਹ ਕਹਿਣ ਲੱਗੇ ਸਰਮ ਪਈ ਨਾਰਾਇਣ ਹੈ। ਜਦੋਂ ਨਾਰਾਇਣ ਦੇ ਦਰ ਤੇ ਬੈਠਾਂਗੇ, ਗੁਰੂ ਦੇ ਦਰ ਤੇ ਬੈਠਾਂਗੇ, ਆਖਾਂਗੇ ਵੀ ਅਸੀਂ ਨਹੀਂ ਇੱਥੋਂ ਜਾਂਦੇ, ਚੰਗੇ ਆ ਭਾਵੇਂ ਮਾੜੇ ਆ, ਤੇਰੇ ਆ, ਸਾਡੇ ਤੇ ਕਿਰਪਾ ਕਰ। ਫਿਰ ਉਹਨੂੰ ਲਾਜ ਆ ਜਾਣੀ ਹੈ ਵੀ ਇਹ ਤੇ ਮੇਰਾ ਬਣ ਗਿਆ ਹੈ। ਸਗਲ ਦੁਆਰ ਕੋ ਛਾੜ ਕੇ ਕਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ। ਇਹ ਬਚਨ ਹੈ ਸਤਿਗੁਰਾਂ ਦਾ। ਫਿਰ ਉਹਦੀ ਬਾਂਹ ਫੜਨ ਦੀ ਲੱਜਾ ਆਉਂਦੀ ਹੈ ਵੀ ਮੈਂ ਇਹਦੀ ਬਾਂਹ ਫੜੀ, ਹੁਣ ਕਿਸੇ ਬੰਨੇ ਲਾਵਾਂ, ਇਹ ਮੇਰੇ ਦਰ ਤੇ ਬੈਠਾ, ਮੈਂ ਇਹਦਾ ਕੁਝ ਕਰਾਂ। ਸਤਿਗੁਰਾਂ ਦੇ ਅਗੰਮੀ ਬਚਨ ਨੇ। ਕਹਿਣ ਲੱਗੇ ਭਾਈ ਜਦੋਂ ਨਾਰਾਇਣ ਦੇ ਦਰ ਤੇ ਢਹਿ ਪਵੇਂਗਾ ਨਾ ਵੀ ਮੇਰਾ ਹੁਣ ਇੱਥੋਂ ਦੂਜਾ ਕੋਈ ਹੈ ਹੀ ਨਹੀਂ, ਤੁਧ ਨੂੰ ਛੋੜ ਪ੍ਰਭ ਜਾਈਐ ਕਹਿ ਧਰ, ਆਨ ਨਾ ਬੀਆ ਤੇਰੀ ਸਮ ਸਰ। ਤੈਨੂੰ ਛੱਡ ਕੇ ਤਾਂ ਜਾਵਾਂ ਜੇ ਦੂਜਾ ਤੇਰੇ ਵਰਗਾ ਹੋਵੇ। ਪਰ ਜੇ ਅਸੀਂ ਇੱਥੋਂ ਬਾਹਰ ਨਿਕਲੇ ਤੇ ਬਾਹਰ ਜਾ ਕੇ ਫਿਰ ਚੱਲ ਪਏ ਪੀਰ ਦੀ ਜਗ੍ਹਾ ਨੂੰ ਵੀ ਉੱਥੇ ਦੀਵਾ ਬਾਲ ਕੇ ਆਵਾਂ, ਕਦੇ ਆਖਿਆ ਪਿੱਪਲ ਨੂੰ ਧਾਗਾ ਬੰਨ੍ਹ ਕੇ ਆਵਾਂ। ਜੇ ਉਧਰ ਨੂੰ ਚੱਲ ਪਿਆ ਤੇ ਫਿਰ ਉਹਨੂੰ ਸ਼ਰਮ ਕੋਈ ਨਹੀਂ ਆਉਣੀ ਹੈ। ਫਿਰ ਭਾਵੇਂ ਤੂੰ ਰੋਜ਼ ਆ ਕੇ ਬੈਠਾ ਰਹੋ, ਉਹਨੂੰ ਪਤਾ ਵੀ ਇਹਦੇ ਇੱਕ ਥਾਂ ਤੇ ਟਿਕਦਾ ਹੀ ਕੋਈ ਨਹੀਂ ਹੈ। ਸ਼ਰਮ ਉਹਨੂੰ ਤਾਂ ਆਉਣੀ ਹੈ, ਲੱਜਾ ਉਹਨੂੰ ਤਾਂ ਆਉਣੀ ਹੈ ਜੇ ਛੱਡ ਕੇ ਸਾਰਿਆਂ ਨੂੰ ਇੱਕ ਦਾ ਬਣੇਗਾ। ਜੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੜੇ ਉਹਦੇ ਦਰ ਤੇ ਪੈ ਜਾਂਦੇ ਫਿਰ ਉਹਨਾਂ ਦੀ ਲਾਜ ਰੱਖ ਲੈਂਦਾ ਹੈ। ਓਖ ਸੁਹੰਦਾ ਸਰਬ ਸੁਖ, ਜਿਸ ਬਖਸ਼ੈ ਵੇ ਪਰਵਾਹੋ। ਪਰਮਾਤਮਾ ਬੇਪਰਵਾਹ ਹੈ। ਸਾਨੂੰ ਪਰਵਾਹ ਹੈ ਆਪਣੇ ਤੋਂ ਵੱਡੇ ਦੀ, ਆਪਣੇ ਰਿਸ਼ਤੇਦਾਰ ਦੀ। ਕਈ ਵਾਰੀ ਅਸੀਂ ਕੋਈ ਕੰਮ ਕਰਨਾ ਹੁੰਦਾ ਫਾਇਦੇ ਵਾਲਾ, ਪਰ ਅਸੀਂ ਸੋਚਦੇ ਹਾਂ ਕੁੜਮ ਕੀ ਕਹਿਣਗੇ, ਸਹੁਰੇ ਕੀ ਕਹਿਣਗੇ, ਨਾਨਕੇ ਕੀ ਕਹਿਣਗੇ, ਗੁਆਂਢੀ ਕੀ ਕਹੇਗਾ, ਫਲਾਣਾ ਕੀ ਕਹੇਗਾ। ਭਾਵ ਇਹ ਹੈ ਵੀ ਸਾਨੂੰ ਦੁਨੀਆ ਦੀ ਪਰਵਾਹ ਹੈ। ਅਸੀਂ ਦੁਨੀਆ ਦੇ ਕੋਲੋਂ ਡਰਦੇ ਹਾਂ ਕੰਮ ਕਰਨ ਤੋਂ ਪਹਿਲਾਂ ਵੀ ਜੇ ਇਸ ਤਰ੍ਹਾਂ ਹੋ ਗਿਆ ਤੇ ਲੋਕ ਕੀ ਆਖਣਗੇ। ਪਰ ਪਰਮਾਤਮਾ ਬੇਪਰਵਾਹ, ਉਹਨੂੰ ਡਰ ਡੁਰ ਕੋਈ ਨਹੀਂ ਹੈ ਕਿਸੇ ਦਾ ਵੀ ਦੁਨੀਆ ਕੀ ਆਖੇਗੀ। ਹੁਣ ਭਿੱਲਣੀ ਦੇ ਜੂਠੇ ਬੇਰ ਖਾਂਦਾ ਪਿਆ ਤੇ ਜੂਠ ਖਾਣੀ ਉਹ ਵੀ ਭਗਵਾਨ ਨੇ, ਪਰ ਉਹਨੇ ਇੱਕ ਵਾਰੀ ਨਹੀਂ ਸੋਚਿਆ ਵੀ ਇਹ ਭਿੱਲਣੀ ਛੋਟੀ ਜਾਤ ਦੀ ਹੈ, ਪਤਾ ਨਹੀਂ ਇਹਦਾ ਮੂੰਹ ਕਿਹੋ ਜਿਹਾ, ਇਹਦਾ ਖਾਣਾ ਕਿਹੋ ਜਿਹਾ। ਉਹ ਜੂਠੇ ਬੀਰ ਗਿੜਕਾਂ ਪਰੇ ਨੂੰ ਸੁੱਟੀ ਜਾਂਦੀ, ਬੇਰ ਖਾਈ ਜਾਂਦੀ ਹੈ, ਉਹਦੀਆਂ ਗਿੜਕਾਂ ਹੀ ਚੋਕੇ ਖਾ ਗਏ। ਉਹਨਾਂ ਨੂੰ ਪਰਵਾਹ ਨਹੀਂ ਨਾ ਕਿਸੇ ਦੀ ਵੀ ਦੁਨੀਆ ਕੀ ਆਖੇਗੀ। ਦੁਨੀਆ ਦੀ ਕੋਈ ਪਰਵਾਹ ਨਹੀਂ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਣ ਬਿਹਾਣੀ। ਇਹ ਬਚਨ ਹੈ। ਕਹਿਣ ਲੱਗੇ ਇੱਕ ਸ਼ਰਧਾਲੂ ਦੇ ਘਰੇ ਭਗਵਾਨ ਜੀ ਗਏ, ਉਹਨਾਂ ਨੇ ਸਾਗ ਤੇ ਬਣਾਇਆ ਪਰ ਸਾਗ ਵਿੱਚ ਨਮਕ ਪਾਉਣਾ ਹੀ ਭੁੱਲ ਗਿਆ, ਲੂਣ ਪਾਉਣਾ ਭੁੱਲ ਗਿਆ। ਖੁਸ਼ੀ ਇੰਨੀ ਆ ਗਈ ਵੀ ਸਾਡੇ ਘਰੇ ਰੱਬ ਆ ਗਿਆ। ਜਿਨ੍ਹਾਂ ਨੂੰ ਨਮਕ ਪਾਉਣ ਦਾ ਚੇਤਾ ਭੁੱਲ ਗਿਆ ਉਹਨਾਂ ਨੂੰ ਪ੍ਰਸ਼ਾਦੇ ਲਾਉਣ ਦਾ ਥੋੜ੍ਹੀ ਚੇਤਾ ਰਿਹਾ ਹੋਵੇਗਾ, ਜਿਹੜੇ ਪੱਕੇ ਪਕਾਏ ਸਾਗ ਵਿੱਚ ਲੂਣ ਨਹੀਂ ਪਾ ਸਕੇ। ਪਰ ਭਗਵਾਨ ਨੇ ਉਹ ਸਾਗ ਜਿਹੜਾ ਬਿਨਾਂ ਲੂਣ ਤੋਂ ਹੀ ਖਾ ਲਿਆ। ਇਹ ਨਹੀਂ ਆਖਿਆ ਵੀ ਦੁਨੀਆ ਕੀ ਆਖੇਗੀ ਵੀ ਲਓ ਜੀ ਨਾਲੇ ਸਾਗ ਤੇ ਬਿਨਾਂ ਤੜਕੇ ਤੋਂ ਕਿਵੇਂ ਖਾ ਸਕਦਾ ਕੋਈ, ਪਰ ਉਹ ਵੀ ਖਾਧਾ ਕਿਉਂਕਿ ਉਹਨਾਂ ਦੇ ਮਨ ਵਿੱਚ ਖੁਸ਼ੀ ਇੰਨੀ ਵੀ ਸਾਡੇ ਘਰੇ ਰੱਬ ਆਇਆ। ਜੇ ਕੇਲੇ ਲੈ ਕੇ ਆਂਦੇ ਖਾਣ ਵਾਸਤੇ, ਆਪਦੇ ਵੱਲੋਂ ਸੋਚਿਆ ਮੈਂ ਸੇਵਾ ਕਰਾਂ, ਕੇਲਾ ਛਿੱਲ ਕੇ ਦੇਵਾਂ, ਭਗਵਾਨ ਜੀ ਆਏ ਨੇ। ਪਰ ਖੁਸ਼ੀ ਇੰਨੀ ਹੈ ਵੀ ਕੇਲਾ ਛਿੱਲਿਆ ਤੇ ਜ਼ਰੂਰ ਜਾਂਦਾ, ਜਿਹੜਾ ਖਾਣ ਵਾਲਾ ਕੇਲਾ ਥੱਲੇ ਸੁੱਟਿਆ ਜਾਂਦਾ, ਛਿਲਕਾ ਲਾ ਕੇ ਭਗਵਾਨ ਨੂੰ ਫੜਾਇਆ ਜਾਂਦਾ ਤੇ ਉਹਦੇ ਪ੍ਰੇਮ ਨੂੰ ਵੇਖ ਕੇ ਛਿਲਕਾ ਹੀ ਖਾਈ ਜਾਂਦੇ। ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਬੇਪਰਵਾਹ ਹੈ, ਦੁਨੀਆ ਦੀ ਪਰਵਾਹ ਨਹੀਂ ਕਰਦਾ ਵੀ ਮੈਨੂੰ ਕਿਸੇ ਨੇ ਕੀ ਖਵਾਇਆ ਜਾਂ ਮੈਂ ਕੀ ਕਿਸੇ ਕੋਲੋਂ ਖਾਧਾ। ਉਹ ਐਸਾ ਬੇਪਰਵਾਹ ਪਰਮਾਤਮਾ ਹੈ। ਪਰ ਉਹਨਾਂ ਗੁਰਮੁਖਾਂ ਦੇ ਵਾਸਤੇ ਸ਼ੋਭਨੀਕ ਹੈ ਪੋਹ ਦਾ ਮਹੀਨਾ, ਜਿਨ੍ਹਾਂ ਨੂੰ ਉਹ ਬਖਸ਼ ਦਿੰਦਾ ਹੈ, ਜਿਨ੍ਹਾਂ ਨੂੰ ਮਾਫ ਕਰ ਦਿੰਦਾ ਹੈ।
ਕਿਉਂਕਿ ਜੇ ਅਸੀਂ ਆਖੀਏ ਨਾ ਵੀ ਅਸੀਂ ਆਪਣੇ ਪਾਪ ਇੱਕ ਇੱਕ ਚੰਗਾ ਕਰਮ ਕਰਕੇ ਤੇ ਪਾਪ ਆਪਣੇ ਮਿਟਾ ਲਵਾਂਗੇ, ਨਹੀਂ ਮਿਟਾਏ ਜਾਣੇ। ਚੰਗਾ ਕਰਮ ਤੇ ਅਸੀਂ ਮਨੁੱਖਾ ਜਨਮ ਦੇ ਵਿੱਚ ਕਰ ਲਾਂਗੇ, 1 2 5 10 ਗਿਣ ਲਵਾਂਗੇ। ਚੰਗਾ ਕਰਮ ਤੇ ਅਸੀਂ ਗਿਣਦੇ ਹਾਂ ਵੀ ਪਿਛਲੇ ਸਾਲ ਮੈਂ ਯਾਤਰਾ ਲੈ ਕੇ ਗਿਆ ਸੀ, ਚੰਗਾ ਕਰਮ ਤੇ ਗਿਣ ਲਈਦਾ ਮੈਂ ਇੰਨੇ ਕੰਬਲ ਦਾਨ ਕੀਤੇ, ਚੰਗਾ ਕਰਮ ਤੇ ਗਿਣ ਲਈਦਾ ਮੈਂ ਇੰਨੇ ਪੱਖੇ ਦਾਨ ਕੀਤੇ। ਪਰ ਕਦੇ ਇਹ ਗਿਣਿਆ ਵੀ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਪ ਕਿੰਨੇ ਕੀਤੇ, ਦੁੱਖ ਕਿੰਨੇ ਦਿੱਤੇ, ਇਹ ਨਹੀਂ ਗਿਣਦਾ। ਬਚਨ ਇਹ ਹੈ ਚੰਗਾ ਕਰਮ ਤੇ ਗਿਣਿਆ ਜਾ ਸਕਦਾ, ਮਾੜੇ ਨੂੰ ਗਿਣਦਾ ਨਹੀਂ ਹੈ, ਕਿਉਂਕਿ ਮਾੜੇ ਹੈ ਹੀ ਬਹੁਤ ਜ਼ਿਆਦਾ, ਗਿਣੇ ਨਹੀਂ ਜਾਣੇ। ਤੇ ਜੇ ਬੰਦਾ ਸੋਚੇ ਨਾ ਵੀ ਮੈਂ ਚੰਗੇ ਕਰਕੇ ਤੇ ਮਾੜਿਆਂ ਨੂੰ ਖਤਮ ਕਰ ਲਵਾਂਗਾ, ਨਹੀਂ ਹੋਣੇ, ਕਿਉਂਕਿ ਮਾੜੇ ਤੇ ਕਈ ਜਨਮਾਂ ਵਿੱਚ ਕੀਤੇ ਨੇ, ਉਹ ਇੰਨੇ ਜ਼ਿਆਦੇ ਨੇ ਵੀ ਉਹ ਮੇਟੇ ਨਹੀਂ ਜਾ ਸਕਦੇ। ਚੰਗਿਆਂ ਨੂੰ ਉਹਨਾਂ ਦੇ ਬਰਾਬਰ ਨਹੀਂ ਤੂੰ ਕਰ ਸਕਦਾ। ਉੱਥੇ ਕੇਵਲ ਇੱਕੋ ਹੀ ਗੱਲ ਹੋਣੀ ਹੈ ਵੀ ਬਖਸ਼ ਲੈ, ਮਾਫ ਹੀ ਕਰਦੇ, ਹੋਰ ਕੁਝ ਨਹੀਂ ਹੈ। ਤੇ ਜਦੋਂ ਮਾਫ ਕਰਨ ਲੱਗਾ ਉਹਨੇ ਸਾਰੇ ਕਾਗਜ਼ ਤੇ ਕਾਂਟਾ ਹੀ ਮਾਰ ਦੇਣਾ, ਸਾਰਾ ਵਹੀ ਖਾਤਾ ਖਤਮ ਹੀ ਕਰ ਦੇਣਾ, ਗਿਣਨਾ ਹੀ ਕੋਈ ਨਹੀਂ ਵੀ ਕਿੰਨੇ ਕੀਤੇ ਸੀ ਪਾਪ। ਇਸ ਕਰਕੇ ਪਾਪ ਅਸੀਂ ਬਖਸ਼ਾਉਣ ਆਏ ਹਾਂ ਵੀ ਬਖਸ਼ ਦੇ, ਸਾਨੂੰ ਮਾਫ ਕਰ ਦੇ। ਤੇ ਜਦੋਂ ਮਾਫ ਕਰਦਾ ਫਿਰ ਸਾਰੇ ਹੀ ਕਰ ਦਿੰਦਾ, ਫਿਰ ਇੱਕ ਵੀ ਨਹੀਂ ਰੱਖਦਾ ਹੈ। ਊਖ ਸੁਹੰਦਾ ਸਰਬ ਸੁਖ, ਉਹਦੇ ਮਹੀਨੇ ਵਿੱਚ ਉਹਨਾਂ ਨੂੰ ਤਮਾਮ ਸੁੱਖ ਪ੍ਰਾਪਤ ਹੁੰਦੇ। ਜਿਸ ਬਖਸ਼ੇ ਬੇਪਰਵਾਹ ਪਰਮਾਤਮਾ ਜਿਨ੍ਹਾਂ ਨੂੰ ਬਖਸ਼ ਲੈਂਦਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ, ਗੁਰੂ ਰਹਿਮਤ ਕਰੇ ਜੀ। ਸੋ ਆਓ 2 ਪੰਕਤੀਆਂ ਸਰਵਣ ਕਰੀਏ। ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ, ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੈ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।